ਅੱਜ ਆਓ ਅਸੀਂ ਮੌਕਾ ਇਸ ਲੇਖ ਨਾਲ ਪਰਮੇਸ਼ਵਰ ਦੇ ਵਚਨ ਸਾਂਝਾ ਕਰਨ ਦਾ ਸਮਾਂ ਲਈਏ। ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਹੋਣ ਵਾਲੀ ਹਰ ਚੀਜ਼ ਨੂੰ ਇੱਕ ਮੌਕਾ ਮੰਨਿਆ ਜਾ ਸਕਦਾ ਹੈ। ਉਸੇ ਤਰ੍ਹਾਂ ਕਿ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਸਾਡੇ ਲਈ ਆਸ਼ੀਸ਼ਾਂ ਨੂੰ ਚੰਗੀ ਤਰ੍ਹਾਂ ਇਕੱਠਾ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਨਹੀਂ ਹੈ। ਇਨ੍ਹਾਂ ਹਾਲਾਤਾਂ ਵਿੱਚ ਕੀ ਆਸ਼ੀਸ਼ਿਤ ਕੀਤੇ ਜਾਣ ਵਾਲੇ ਮੌਕੇ, ਸੇਵਾ ਕਰਨ ਵਾਲੇ ਮੌਕੇ ਜਾਂ ਬਚਾਏ ਜਾਣ ਵਾਲੇ ਮੌਕੇ ਨਹੀਂ ਹੁੰਦੇ। ਦੁਨੀਆ ਵਿੱਚ ਅਸੀਂ ਅਜਿਹੇ ਬਹੁਤ ਸਾਰੇ ਮਾਮਲੇ ਦੇਖ ਸਕਦੇ ਹਾਂ ਜਿੱਥੇ ਲੋਕ ਆਪਣੇ ਦਿੱਤੇ ਗਏ ਮੌਕਿਆਂ ਨੂੰ ਸਿਰਫ ਗੁਜ਼ਾਰਦੇ ਹੋਏ ਗਵਾ ਦਿੰਦੇ ਹਨ। ਸੰਸਾਰ ਦੇ ਲੋਕਾਂ ਦੇ ਨਾਲ-ਨਾਲ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਵੀ ਅਜਿਹਾ ਹੁੰਦਾ ਹੈ। ਜਦੋਂ ਮੌਕਾ ਆਉਂਦਾ ਹੈ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਜ਼ਰੂਰ ਇਸ ਨੂੰ ਫੜਨਾ ਚਾਹੀਦਾ ਹੈ। ਹਰੇਕ ਦਿਨ ਕਈ ਮੌਕੇ ਹੁੰਦੇ ਹਨ, ਹਾਲਾਂਕਿ ਜੇ ਅਸੀਂ ਉਹਨਾਂ ਤੱਕ ਨਹੀਂ ਪਹੁੰਚ ਪਾਉਂਦੇ ਅਤੇ ਉਹਨਾਂ ਨੂੰ ਨਹੀਂ ਫੜ ਪਾਉਂਦੇ, ਉਹ ਅਰਥਹੀਨ ਹਾਲਾਤ ਬਣ ਜਾਂਦੇ ਹਨ ਜੋ ਸਾਡੇ ਅੱਗੇ ਲੰਘ ਜਾਂਦੇ ਹਨ। ਇਸ ਲਈ ਜਦੋਂ ਮੌਕਾ ਪੈਦਾ ਹੁੰਦਾ ਹੈ ਸਾਨੂੰ ਇਸ ਨੂੰ ਜ਼ਰੂਰ ਫੜਨਾ ਚਾਹੀਦਾ ਹੈ। ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਵੀ ਕਈ ਮੌਕੇ ਹੁੰਦੇ ਹਨ। ਹੁਣ ਅਸੀਂ ਕਿਹੜੇ ਯੁੱਗ ਵਿੱਚ ਹਾਂ? ਕੀ ਇਹ ਪਵਿੱਤਰ ਆਤਮਾ ਦੇ ਯੁੱਗ ਨਹੀਂ ਹੈ? ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਆਤਮਾ ਤੇ ਲਾੜੀ ਦੇ ਰੂਪ ਵਿੱਚ ਆਏ ਹਨ ਅਤੇ ਸਾਨੂੰ ਪਰਮੇਸ਼ਵਰ ਤੋਂ ਆਸ਼ੀਸ਼ ਪ੍ਰਾਪਤ ਕਰਨ ਲਈ ਬਹੁਤ ਮੌਕੇ ਪ੍ਰਦਾਨ ਕਰ ਰਹੇ ਹਨ। ਇਸ ਦੇ ਬਾਵਜੂਦ ਸਾਡੇ ਆਲੇ ਦੁਆਲੇ ਬਹੁਤ ਲੋਕ ਉਹਨਾਂ ਮੌਕਿਆਂ ਨੂੰ ਸਿਰਫ ਲੰਘਣ ਦਿੰਦੇ ਹਨ। ਫਿਰ ਕੀ ਅਸੀਂ ਵੀ ਉਹਨਾਂ ਨੂੰ ਆਮ ਸਥਿਤੀ ਦੇ ਰੂਪ ਵਿੱਚ ਨਹੀਂ ਦੇਖਦੇ ਅਤੇ ਉਹਨਾਂ ਮੌਕਿਆਂ ਨੂੰ ਨਹੀਂ ਗਵਾਉਂਦੇ? 2000 ਸਾਲ ਪਹਿਲਾਂ ਯੀਸ਼ੂ ਦੇ ਸਮੇਂ ਨੂੰ ਦੇਖੀਏ ਤਦ ਬਹੁਤ ਲੋਕ ਉਹਨਾਂ ਨੂੰ ਹਰ ਦਿਨ ਮਿਲੇ ਸੀ। ਭਾਵੇਂ ਉਹ ਯੀਸ਼ੂ ਨੂੰ ਮਿਲੇ ਸੀ, ਕੁਝ ਲੋਕ ਸਿਰਫ ਸਰੀਰਕ ਬਿਮਾਰੀ ਤੋਂ ਚੰਗਿਆਈ ਪਾਉਣ ਲਈ ਮਿਲੇ, ਜਦਕਿ ਕੁਝ ਲੋਕ ਬਚਾਏ ਜਾਣ ਦਾ ਮੌਕਾ ਪ੍ਰਾਪਤ ਕਰਨ ਲਈ ਮਿਲੇ ਸੀ ਅਤੇ ਕੁਝ ਲੋਕਾਂ ਨੇ ਸਿਰਫ ਉਹਨਾਂ ਦੁਆਰਾ ਕੀਤੇ ਗਏ ਚਮਤਕਾਰਾਂ ਨੂੰ ਦੇਖਿਆ। ਯੀਸ਼ੂ ਨੇ ਧਰਤੀ ਤੇ ਆਉਣ ਦਾ ਕਾਰਨ ਕੀ ਕਿਹਾ ਸੀ? ਹਾਲਾਂਕਿ ਯੀਸ਼ੂ ਨੇ ਘੋਸ਼ਣਾ ਕੀਤੀ ਕਿ ਮੈਂ ਗਵਾਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹਾਂ, ਫਿਰ ਵੀ ਉਹਨਾਂ ਦੇ ਆਲੇ ਦੁਆਲੇ ਬਹੁਤ ਸਾਰੇ ਲੋਕ ਮੁਕਤੀ ਦੇ ਮੌਕੇ ਨੂੰ ਗਵਾਉਂਦੇ ਹੋਏ ਉਹਨਾਂ ਦੇ ਅੱਗੋਂ ਲੰਘ ਗਏ। ਬਹੁਤ ਲੋਕਾਂ ਨੇ ਯੀਸ਼ੂ ਨੇ ਇਹ ਸੋਚਦੇ ਹੋਏ ਸਿਰਫ ਦਰਸ਼ਕਾਂ ਦੇ ਰੂਪ ਵਿੱਚ ਵੇਖਿਆ ਸੀ ਕਿ ਅੱਜ ਉਹ ਕਿਹੜਾ ਅਨੋਖਾ ਕੰਮ ਕਰਨ ਜਾ ਰਿਹਾ ਹੈ। ਫਿਰ ਉਹਨਾਂ ਨੇ 5 ਜੌਂ ਦੀਆਂ ਰੋਟੀਆਂ ਅਤੇ 2 ਮੱਛੀਆਂ ਨਾਲ 5000 ਲੋਕਾਂ ਨੂੰ ਖਾਣਾ ਖਵਾਉਣ ਦਾ ਚਮਤਕਾਰ ਦੇਖਿਆ ਸੀ ਅਤੇ ਬਾਕੀ ਬਚੇ ਟੁਕੜਿਆਂ ਨਾਲ 12 ਟੋਕਰੀਆਂ ਭਰੀਆਂ। ਇਹ ਵੇਖਦੇ ਹੋਏ ਉਹਨਾਂ ਨੇ ਆਪਣੇ ਆਪ ਨੂੰ ਕਿਹਾ, ਆਓ ਅਸੀਂ ਯੀਸ਼ੂ ਨੂੰ ਆਪਣਾ ਰਾਜਾ ਬਣਾਈਏ। ਉਹਨਾਂ ਨੇ ਸਿਰਫ ਯੀਸ਼ੂ ਨੂੰ ਇੱਕ ਸਰੀਰਕ ਰਾਜਾ ਦੇ ਰੂਪ ਵਿੱਚ ਵੇਖਿਆ ਜੋ ਉਹਨਾਂ ਦੀਆਂ ਸਰੀਰਕ ਇੱਛਾਵਾਂ ਨੂੰ ਪੂਰੀਆਂ ਕਰ ਸਕਦੇ ਸੀ। ਅੱਜ ਪਵਿੱਤਰ ਸਬਤ ਦਾ ਦਿਨ ਉਹ ਦਿਨ ਹੈ ਜਿਸ ਵਿੱਚ ਪਰਮੇਸ਼ਵਰ ਆਪਣੀਆਂ ਆਸ਼ੀਸ਼ਾਂ ਨੂੰ ਸਾਰੀ ਮਨੁੱਖ ਜਾਤੀ ਉੱਤੇ ਪ੍ਰਦਾਨ ਕਰਦੇ ਹਨ। ਇਸ ਦਿਨ ਨੂੰ ਅਸੀਂ ਕੀ ਮੰਨ ਸਕਦੇ ਹਾਂ? ਕੀ ਇਹ ਇੱਕ ਮੌਕਾ ਨਹੀਂ ਹੈ? ਉਹ ਲੋਕ ਜੋ ਇਸ ਮੌਕੇ ਦੀ ਆਸ਼ੀਸ਼ ਨੂੰ ਨਹੀਂ ਜਾਣਦੇ ਇਸ ਨੂੰ ਗਵਾ ਦਿੰਦੇ ਹਨ। ਪਰ ਸਾਡੇ ਸਿਯੋਨ ਦੇ ਪਿਆਰੇ ਪਰਿਵਾਰ ਜੋ ਅੱਜ ਇੱਥੇ ਹਨ ਇਸ ਮੌਕੇ ਨੂੰ ਫੜਿਆ ਹੋਇਆ ਹੈ। ਇਸ ਤਰ੍ਹਾਂ ਸਾਡੀ ਮੁਕਤੀ ਲਈ ਪਰਮੇਸ਼ਵਰ ਤੋਂ ਪ੍ਰਦਾਨ ਕੀਤੇ ਗਏ ਮੌਕਿਆਂ ਨੂੰ ਸਾਨੂੰ ਕਦੇ ਨਹੀਂ ਗਵਾਉਣਾ ਚਾਹੀਦਾ। 2000 ਸਾਲ ਪਹਿਲਾਂ ਅਣਗਿਣਤ ਲੋਕ ਯੀਸ਼ੂ ਨੂੰ ਮਿਲੇ ਸੀ, ਪਰ ਉਹਨਾਂ ਵਿੱਚੋਂ ਬਹੁਤ ਲੋਕਾਂ ਨੇ ਉਹਨਾਂ ਤੋਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਸੀ। ਅੱਜ ਪਵਿੱਤਰ ਆਤਮਾ ਦੇ ਯੁੱਗ ਵਿੱਚ ਸਵਰਗੀ ਮਾਤਾ ਜੀ ਸਾਡੇ ਨਾਲ ਹਨ। ਆਓ ਅਸੀਂ ਖੁਦ ਨੂੰ ਪੁੱਛਦੇ ਹੋਏ 2000 ਸਾਲ ਪਹਿਲਾਂ ਜੋ ਹੋਇਆ ਸੀ ਉਸ ਨਾਲ ਆਪਣੀ ਸਥਿਤੀ ਦੀ ਤੁਲਨਾ ਕਰੀਏ। ਕੀ ਮੈਂ ਮੁਕਤੀ ਦੇ ਮੌਕੇ ਨੂੰ ਗਵਾ ਤਾਂ ਨਹੀਂ ਰਿਹਾ? ਕੀ ਮੈਂ ਆਸ਼ੀਸ਼ਾਂ ਨੂੰ ਪ੍ਰਾਪਤ ਕਰਨ ਲਈ ਵੱਖਰੇ ਮੌਕਿਆਂ ਨੂੰ ਗਵਾ ਤਾਂ ਨਹੀਂ ਰਿਹਾ? ਆਓ ਅਸੀਂ ਉਹਨਾਂ ਸਾਰੀਆਂ ਸਥਿਤੀਆਂ ਬਾਰੇ ਸੋਚਣ ਦਾ ਕੁਝ ਸਮਾਂ ਲਈਏ। ਆਓ ਅਸੀਂ 2000 ਸਾਲ ਪਹਿਲਾਂ ਯੀਸ਼ੂ ਦੇ ਸਮੇਂ ਤੇ ਵਾਪਸ ਚੱਲੀਏ। ਕੁਝ ਲੋਕਾਂ ਦੇ ਯੀਸ਼ੂ ਨੂੰ ਮਿਲਣ ਤੋਂ ਬਾਅਦ ਸਿਰਫ ਉਹਨਾਂ ਦੀਆਂ ਸਰੀਰਕ ਬਿਮਾਰੀਆਂ ਠੀਕ ਹੋ ਗਈਆਂ। ਹੋਰ ਲੋਕ ਜੋ ਯੀਸ਼ੂ ਨੂੰ ਮਿਲੇ ਸੀ ਉਹਨਾਂ ਨੇ ਮੁਕਤੀ ਪ੍ਰਾਪਤ ਕਰਨ ਦੇ ਮੌਕੇ ਨੂੰ ਹਾਸਲ ਕੀਤਾ ਅਤੇ ਫਿਰ ਵੀ ਦੂਸਰੇ ਲੋਕਾਂ ਨੇ ਸਿਰਫ ਉਹਨਾਂ ਦੁਆਰਾ ਕੀਤੇ ਗਏ ਚਮਤਕਾਰਾਂ ਨੂੰ ਵੇਖਿਆ। ਅਜਿਹੇ ਲੋਕਾਂ ਵਿੱਚੋਂ ਸਾਨੂੰ ਕਿਸ ਤਰ੍ਹਾਂ ਦੇ ਲੋਕ ਬਣਨਾ ਚਾਹੀਦਾ ਹੈ? ਮਤੀ ਦੇ 8ਵੇਂ ਅਧਿਆਇ ਵਿੱਚ ਆਓ ਅਸੀਂ ਉਹਨਾਂ ਲੋਕਾਂ ਦੀ ਇੱਕ ਉਦਾਹਰਨ ਵੇਖੀਏ ਜਿਨ੍ਹਾਂ ਨੇ ਆਪਣੇ ਸਾਹਮਣੇ ਆਏ ਮੌਕਿਆਂ ਦਾ ਫਾਇਦਾ ਚੁੱਕਿਆ ਸੀ। ਉਹ ਆਸ਼ੀਸ਼ਿਤ ਕੀਤੇ ਗਏ ਸੀ ਕਿਉਂਕਿ ਉਹਨਾਂ ਨੇ ਯੀਸ਼ੂ ਨੂੰ ਸਹੀ ਤਰ੍ਹਾਂ ਪਛਾਣ ਲਿਆ ਸੀ ਕਿ ਉਹ ਕੌਣ ਸੀ। ਮਤੀ ਅਧਿਆਇ 8 ਵਚਨ 5 ਵਿੱਚ ਅਜਿਹਾ ਲਿਖਿਆ ਹੈ, ਜਾਂ ਉਹ ਕਫਰਨਾਹੂਮ ਵਿੱਚ ਵੜਿਆ ਤਾਂ ਇੱਕ ਸੂਬੇਦਾਰ ਉਸ ਦੇ ਕੋਲ ਆਇਆ
ਅਤੇ ਉਹਦੀ ਮਿੰਨਤ ਕਰਕੇ ਕਿਹਾ, ਪ੍ਰਭੂ ਜੀ, ਮੇਰਾ ਨੌਕਰ ਝੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁਖੀ ਪਿਆ ਹੈ। ਅਤੇ ਉਸਨੇ ਉਹਨੂੰ ਆਖਿਆ, ਮੈਂ ਆਣ ਕੇ ਉਹਨੂੰ ਚੰਗਾ ਕਰ ਦਿਆਂਗਾ। ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੂ ਜੀ, ਮੈਂ ਇਸ ਯੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠ ਆਵੇਂ, ਪਰ ਮੇਰਾ ਬਚਨ ਹੀ ਕਰ ਤਾਂ ਮੇਰਾ ਨੌਕਰ ਚੰਗਾ ਹੋ ਜਾਓ। ਦੂਜੇ ਸ਼ਬਦਾਂ ਵਿੱਚ, ਮੈਂ ਤੁਹਾਨੂੰ ਇਸ ਪਾਪੀ ਦੇ ਘਰ ਆਉਣ ਲਈ ਕਹਿ ਕੇ ਪਵਿੱਤਰ ਪਰਮੇਸ਼ਵਰ ਨੂੰ ਕਿਵੇਂ ਪਰੇਸ਼ਾਨ ਕਰ ਸਕਦਾ ਹਾਂ? ਫਿਰ ਮੇਰਾ ਨੌਕਰ ਚੰਗਾ ਹੋ ਜਾਵੇਗਾ। ਕਿਉਂ ਜੋ ਮੈਂ ਵੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖਤਿਆਰ ਵਿੱਚ ਰੱਖਦਾ ਹਾਂ, ਔਰ ਇੱਕ ਨੂੰ ਆਖਦਾ ਹਾਂ ਜਾ ਤਾਂ ਉਹ ਜਾਂਦਾ ਹੈ, ਅਤੇ ਦੂਏ ਨੂੰ ਆ ਤਾਂ ਉਹ ਆਉਂਦਾ ਹੈ, ਔਰ ਆਪਣੇ ਚਾਕਰਾਂ ਨੂੰ ਇਹ ਕਰ ਤਾਂ ਉਹ ਕਰਦਾ ਹੈ। ਯੀਸ਼ੂ ਨੇ ਇਹ ਸੁਣ ਕੇ ਅਚਰਜ ਮੰਨਿਆ ਅਤੇ ਉਹਨਾਂ ਨੂੰ ਜਿਹੜੇ ਮਗਰ ਮਗਰ ਆਉਂਦੇ ਸਨ ਕਿਹਾ, ਭਾਈ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਜ਼ਰਾਈਲ ਵਿੱਚ ਵੀ ਮੈਂ ਏਡੀ ਨੇਚਾ ਨਹੀਂ ਵੇਖੀ। ਇਸ ਤੋਂ ਬਾਅਦ ਵਚਨ 13 ਵਿੱਚ ਯੀਸ਼ੂ ਨੇ ਕਿਹਾ, ਤਾਂ ਯੀਸ਼ੂ ਨੇ ਸੂਬੇਦਾਰ ਨੂੰ ਕਿਹਾ, ਜਾ, ਜਿਹੀ ਤੈਂ ਨੇਚਾ ਕੀਤੀ ਤੇਰੇ ਲਈ ਤਿਹਾਈ ਹੋਵੇ। ਅਤੇ ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ। ਸੂਬੇਦਾਰ ਨੇ ਸਹੀ ਤਰ੍ਹਾਂ ਯੀਸ਼ੂ ਨੂੰ ਮਹਿਸੂਸ ਕੀਤਾ ਸੀ ਅਤੇ ਸਮਝਿਆ ਸੀ ਕਿ ਉਹ ਕੌਣ ਸੀ। ਪਹਿਲੇ ਚਰਚ ਦੇ ਦਿਨਾਂ ਵਿੱਚ ਯੀਸ਼ੂ ਦੀ ਸੇਵਕਾਈ ਦੇ ਦੌਰਾਨ ਬਹੁਤ ਲੋਕਾਂ ਕੋਲ ਉਹਨਾਂ ਨੂੰ ਮਿਲਣ ਦਾ ਮੌਕਾ ਸੀ। ਉਹਨਾਂ ਲਈ ਜਿਹੜੇ ਯੀਸ਼ੂ ਨੂੰ ਮਿਲੇ ਸੀ, ਇਹ ਇੱਕ ਮੌਕਾ ਸੀ ਜੋ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਹੋ ਸਕਿਆ। ਬਦਕਿਸਮਤੀ ਨਾਲ ਉਹਨਾਂ ਨੇ ਮੁਕਤੀ ਦੀ ਕਿਰਪਾ ਨੂੰ ਸਵੀਕਾਰ ਨਹੀਂ ਕੀਤਾ, ਪਰ ਆਸਾਨੀ ਨਾਲ ਉਹਨਾਂ ਸਾਰੇ ਮੌਕਿਆਂ ਨੂੰ ਗੁਜ਼ਰਨ ਦਿੱਤਾ। ਪਰ ਸੂਬੇਦਾਰ ਦਾ ਮਾਮਲਾ ਵੱਖਰਾ ਸੀ। ਜਦੋਂ ਉਹ ਯੀਸ਼ੂ ਨੂੰ ਮਿਲਿਆ, ਉਸਨੇ ਆਪਣਾ ਵਿਸ਼ਵਾਸ ਪੂਰੀ ਤਰ੍ਹਾਂ ਦਿਖਾ ਦਿੱਤਾ ਅਤੇ ਆਪਣੇ ਨੌਕਰ ਦੇ ਚੰਗੇ ਹੋਣ ਦੀ ਕਿਰਪਾ ਨੂੰ ਪ੍ਰਾਪਤ ਕੀਤਾ। ਬਹੁਤ ਸਾਰੇ ਮੂਰਖ ਲੋਕ ਸੀ ਜਿਨ੍ਹਾਂ ਨੇ ਆਪਣੇ ਕੋਲ ਬਹੁਤ ਸਾਰੇ ਮੌਕੇ ਹੋਣ ਦੇ ਬਾਵਜੂਦ ਵੀ ਮੁਕਤੀ ਪ੍ਰਾਪਤ ਨਹੀਂ ਕੀਤੀ, ਜਦਕਿ ਕੁਝ ਲੋਕਾਂ ਨੇ ਮੁਕਤੀ ਦੇ ਮੌਕੇ ਨੂੰ ਫੜ ਲਿਆ। ਕਈ ਅਜਿਹੇ ਵੀ ਸੀ ਜਿਨ੍ਹਾਂ ਨੇ ਸਿਰਫ ਆਪਣੀਆਂ ਸਰੀਰਕ ਬਿਮਾਰੀਆਂ ਨੂੰ ਠੀਕ ਕੀਤਾ ਅਤੇ ਜਿਨ੍ਹਾਂ ਨੇ ਸਿਰਫ ਉਸਦੇ ਚਮਤਕਾਰਾਂ ਨੂੰ ਵੇਖਿਆ। ਇਸ ਯੁੱਗ ਵਿੱਚ ਕੀ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਇਹਨਾਂ ਮੌਕਿਆਂ ਨੂੰ ਗਵਾਉਂਦੇ ਹੋਏ ਉਹਨਾਂ ਮੂਰਖ ਲੋਕਾਂ ਵਾਂਗ ਕੰਮ ਤਾਂ ਨਹੀਂ ਕਰ ਰਹੇ? ਜਾਂ ਕੀ ਅਸੀਂ ਉਹ ਆਸ਼ੀਸ਼ਾਂ ਫੜੀਆਂ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਸਾਨੂੰ ਹੁਣ ਪ੍ਰਦਾਨ ਕਰ ਰਹੇ ਹਨ? ਅਸੀਂ ਯਾਕੂਬ ਦੀ ਨੇਚਾ ਦੇਖ ਸਕਦੇ ਹਾਂ, ਜੋ ਪਰਮੇਸ਼ਵਰ ਨਾਲ ਅਬੋਕ ਨਦੀ ਦੇ ਪਾਰ ਸਵੇਰ ਹੋਣ ਤੱਕ ਯੁੱਧ ਚੱਲਦਾ ਰਿਹਾ। ਭਾਵੇਂ ਉਸਨੂੰ ਆਪਣੀ ਪੱਟ ਦੀ ਨਾੜੀ ਚੜ੍ਹਨ ਤੇ ਬਹੁਤ ਦਰਦ ਹੋਇਆ, ਪਰ ਉਸਨੇ ਇਹ ਕਹਿੰਦੇ ਹੋਏ ਮੌਕਾ ਨਾ ਗਵਾਉਣ ਲਈ ਆਪਣਾ ਸਭ ਤੋਂ ਉੱਤਮ ਕੀਤਾ ਕਿ ਜਦ ਤੱਕ ਤੂੰ ਮੈਨੂੰ ਆਸ਼ੀਸ਼ ਨਾ ਦੇਵੇਂ ਤਦ ਤੱਕ ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਕਿਰਪਾ ਕਰਕੇ ਮੈਨੂੰ ਆਸ਼ੀਸ਼ ਦਿਓ। ਭਾਵੇਂ ਇਹ ਪੁਰਾਣੇ ਨੇਮ ਦੇ ਸਮੇਂ ਵਿੱਚ ਬਹੁਤ ਪਹਿਲਾਂ ਹੋਇਆ ਸੀ ਕਿ ਪਰਮੇਸ਼ਵਰ ਨੇ ਇਹ ਨਹੀਂ ਕਿਹਾ ਕਿ ਉਹ ਸਾਨੂੰ ਸਿੱਖਿਆ ਦੇਣ ਲਈ ਇਹ ਸਭ ਕੁਝ ਲਿਖਿਆ ਹੈ, ਕਿਉਂਕਿ ਸਭ ਕੁਝ ਜੋ ਪਿਛਲੇ ਸਮੇਂ ਵਿੱਚ ਵਾਪਰਿਆ ਹੈ ਸਾਨੂੰ ਸਿੱਖਿਆ ਦੇਣ ਲਈ ਲਿਖਿਆ ਗਿਆ ਹੈ। ਆਓ ਅਸੀਂ ਮੱਤੀ ਅਧਿਆਇ 9 ਉੱਤੇ ਧਿਆਨ ਦੇਈਏ। ਮੱਤੀ ਅਧਿਆਇ 9 ਵਚਨ 19। ਯੀਸ਼ੂ ਉੱਠ ਕੇ ਆਪਣੇ ਚੇਲਿਆਂ ਸਣੇ ਉਹਦੇ ਮਗਰ ਤੁਰ ਪਿਆ। ਔਰ ਵੇਖੋ, ਇੱਕ ਜਨਾਨੀ ਨੇ ਜਿਹਦੇ 12 ਵਰ੍ਹਿਆਂ ਤੋਂ ਲਹੂ ਆਉਂਦਾ ਸੀ, ਪਿੱਛੋਂ ਦੀ ਆਣ ਕੇ ਉਹਦੇ ਕੱਪੜੇ ਦਾ ਪੱਲਾ ਛੋਇਆ, ਕਿਉਂ ਜੋ ਉਹ ਆਪਣੇ ਜੀਵ ਵਿੱਚ ਆਖਦੀ ਸੀ, ਭਾਈ, ਜੋ ਮੈਂ ਨਿਰਾ ਉਹਦੇ ਕੱਪੜੇ ਨੂੰ ਛੋਹ ਲਵਾਂ ਤਾਂ ਚੰਗੀ ਹੋ ਜਾਵਾਂਗੀ। ਇਸ ਇਸਤਰੀ ਨੂੰ ਵੀ ਆਪਣੇ ਜੀਵਨ ਭਰ ਯੀਸ਼ੂ ਨੂੰ ਮਿਲਣ ਦਾ ਸਿਰਫ ਇੱਕ ਹੀ ਮੌਕਾ ਮਿਲਿਆ ਸੀ। ਬਹੁਤ ਸਾਰੇ ਲੋਕਾਂ ਵਿੱਚੋਂ ਜਿਹੜੇ ਯੀਸ਼ੂ ਨੂੰ ਮਿਲੇ ਸੀ, ਇਹ ਕਿਸੇ ਹੋਰ ਵਿਅਕਤੀ ਦਾ ਮਾਮਲਾ ਹੈ ਜਿਸ ਨੇ ਮੁਕਤੀ ਦੀ ਆਸ਼ੀਸ਼ ਨੂੰ ਪ੍ਰਾਪਤ ਕੀਤਾ। ਆਓ ਅਸੀਂ ਵਚਨ 2 ਉੱਤੇ ਦੁਬਾਰਾ ਨਜ਼ਰ ਪਾਈਏ, ਕਿਉਂ ਜੋ ਉਹ ਆਪਣੇ ਜੀਵ ਵਿੱਚ ਆਖਦੀ ਸੀ, ਭਾਈ, ਜੇ ਮੈਂ ਨਿਰਾ ਉਹਦੇ ਕੱਪੜੇ ਨੂੰ ਛੋਹ ਲਵਾਂ ਤਾਂ ਚੰਗੀ ਹੋ ਜਾਵਾਂਗੀ। ਤਦ ਯੀਸ਼ੂ ਨੇ ਪਿੱਛਾਂ ਮੁੜ ਕੇ ਅਤੇ ਉਹਨੂੰ ਵੇਖ ਕੇ ਆਖਿਆ, ਬੇਟੀ, ਹੌਸਲਾ ਰੱਖ, ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ। ਉਹ ਜਨਾਨੀ ਉਸੇ ਘੜਿਓਂ ਚੰਗੀ ਹੋ ਗਈ। ਯੀਸ਼ੂ ਦੇ ਦਿਨਾਂ ਵਿੱਚ ਸਿਰਫ ਇਹੀ ਇਕਲੌਤੀ ਇਸਤਰੀ ਨਹੀਂ ਸੀ ਜਿਸ ਨੂੰ ਲਹੂ ਵਗਣ ਦੀ ਬਿਮਾਰੀ ਸੀ। ਬਹੁਤ ਸਾਰੇ ਮਰੀਜ਼ ਸੀ, ਪਰ ਉਹਨਾਂ ਨੇ ਉਸ ਕਿਰਪਾ ਨੂੰ ਪਾਉਣ ਦੇ ਮੌਕੇ ਨੂੰ ਨਹੀਂ ਫੜਿਆ। ਜੇ ਉਹਨਾਂ ਨੇ ਫੜ ਲਿਆ ਹੁੰਦਾ ਤਾਂ ਉਹਨਾਂ ਦਾ ਲੇਖਾ ਬਾਈਬਲ ਵਿੱਚ ਇੱਕ ਤੋਂ ਬਾਅਦ ਇੱਕ ਦਾਖਲ ਕੀਤਾ ਗਿਆ ਹੁੰਦਾ। ਇਸ ਯੁੱਗ ਵਿੱਚ ਬਹੁਤ ਸਾਰੇ ਲੋਕ ਸਿਯੋਨ ਵੱਲ ਆ ਰਹੇ ਹਨ। ਪਰਮੇਸ਼ਵਰ ਤੋਂ ਆਸ਼ੀਸ਼ਾਂ ਪ੍ਰਾਪਤ ਕਰਨ ਅਤੇ ਸਵਰਗੀ ਇਨਾਮ ਪ੍ਰਾਪਤ ਕਰਨ ਦੇ ਮੌਕੇ ਸਾਨੂੰ ਹਰ ਰੋਜ਼ ਦਿੱਤੇ ਜਾਂਦੇ ਹਨ, ਪਰ ਕੀ ਅਸੀਂ ਉਹਨਾਂ ਨੂੰ ਫੜਨ ਤੋਂ ਨਜ਼ਰ ਅੰਦਾਜ਼ ਕਰਕੇ ਇਹਨਾਂ ਮੌਕਿਆਂ ਨੂੰ ਨਹੀਂ ਗਵਾ ਰਹੇ ਹਾਂ? ਸਾਨੂੰ ਜ਼ਰੂਰ ਇਹਨਾਂ ਆਸ਼ੀਸ਼ਾਂ ਨੂੰ ਪਾਉਣ ਦੇ ਮੌਕਿਆਂ ਨੂੰ ਲੰਘਣ ਨਹੀਂ ਦੇਣਾ ਚਾਹੀਦਾ।
ਉਹ ਇਸਤਰੀ ਜਿਸ ਨੂੰ ਲਹੂ ਵਗਣ ਦੀ ਬਿਮਾਰੀ ਸੀ ਫਿਰ ਚੰਗੀ ਹੋ ਗਈ ਸੀ। ਜਦੋਂ ਯੀਸ਼ੂ ਨੇ ਕਿਹਾ, ਬੇਟੀ ਹੌਸਲਾ ਰੱਖ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਉਹ ਸੱਚਮੁੱਚ ਯੀਸ਼ੂ ਨੂੰ ਮਿਲਣ ਤੇ ਆਸ਼ੀਸ਼ਿਤ ਕੀਤੀ ਗਈ ਸੀ। ਸੂਬੇਦਾਰ ਦੇ ਬਾਰੇ ਕੀ? ਉਹ ਵੀ ਸੱਚਮੁੱਚ ਆਪਣੀ ਜ਼ਿੰਦਗੀ ਵਿੱਚ ਸਹੀ ਵਿਅਕਤੀ ਨਾਲ ਮਿਲਣ ਤੇ ਆਸ਼ੀਸ਼ਿਤ ਕੀਤਾ ਗਿਆ ਸੀ। ਸਾਨੂੰ ਵੀ ਇਸ ਤਰ੍ਹਾਂ ਦਾ ਵਿਅਕਤੀ ਬਣਨਾ ਚਾਹੀਦਾ ਹੈ। ਉਹ ਸਿਰਫ ਸੰਯੋਗ ਨਾਲ ਯੀਸ਼ੂ ਨੂੰ ਨਹੀਂ ਮਿਲੇ ਸੀ। ਉਹਨਾਂ ਨਾਲ ਅਜਿਹਾ ਕਿਉਂ ਹੋਇਆ? ਉਹਨਾਂ ਦੇ ਅੰਦਰ ਕੀ ਸੀ? ਉਹਨਾਂ ਸਾਰਿਆਂ ਕੋਲ ਯੀਸ਼ੂ ਤੇ ਵਿਸ਼ਵਾਸ ਸੀ। ਇਸ ਯੁੱਗ ਵਿੱਚ ਜੇ ਸਾਡੇ ਕੋਲ ਆਤਮਾ ਤੇ ਲਾੜੀ ਉੱਤੇ ਸਹੀ ਵਿਸ਼ਵਾਸ ਨਹੀਂ ਹੋਵੇਗਾ, ਅਸੀਂ ਆਪਣੀਆਂ ਬਿਮਾਰੀਆਂ ਨੂੰ ਠੀਕ ਨਹੀਂ ਕਰ ਸਕਦੇ, ਭਾਵੇਂ ਅਸੀਂ ਮਸੀਹ ਨੂੰ ਮਿਲਦੇ ਹਾਂ ਅਤੇ ਉਹਨਾਂ ਦੇ ਕੱਪੜੇ ਛੂੰਹਦੇ ਹਾਂ। ਪਿਤਾ ਦੇ ਯੁੱਗ ਵਿੱਚ ਲੋਕਾਂ ਨੂੰ ਉਸ ਯੁੱਗ ਦੇ ਮੁਕਤੀਦਾਤਾ ਯਹੋਵਾ ਪਰਮੇਸ਼ਰ ਉੱਤੇ ਵਿਸ਼ਵਾਸ ਸੀ। ਪੁੱਤਰ ਦੇ ਯੁੱਗ ਵਿੱਚ ਉਹਨਾਂ ਨੂੰ ਯੀਸ਼ੂ ਉੱਤੇ ਵਿਸ਼ਵਾਸ ਸੀ। ਫਿਰ ਪਵਿੱਤਰ ਆਤਮਾ ਦੇ ਯੁੱਗ ਵਿੱਚ ਕੀ ਉਹ ਲੋਕ ਨਹੀਂ ਹਨ ਜੋ ਆਤਮਾ ਤੇ ਲਾੜੀ ਤੇ ਸਹੀ ਵਿਸ਼ਵਾਸ ਰੱਖਦੇ ਹਨ ਅਤੇ ਜਾਣਦੇ ਹਨ ਕਿ ਉਹਨਾਂ ਨੂੰ ਦਿੱਤੇ ਗਏ ਮੌਕਿਆਂ ਨੂੰ ਕਿਸ ਤਰ੍ਹਾਂ ਫੜਨਾ ਹੈ? ਪਹਿਲੇ ਚਰਚ ਦੇ ਦਿਨਾਂ ਵਿੱਚ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਮੌਕਾ ਦੇਣ ਲਈ ਬੁਲਾਇਆ। ਆਓ ਮੱਤੀ ਅਧਿਆਇ 4 ਉੱਤੇ ਜਾਈਏ। ਮੱਤੀ ਅਧਿਆਇ 4 ਵਚਨ 17। ਉਸੇ ਵੇਲਿਓਂ ਯੀਸ਼ੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ, ਭਾਈ ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਗਲੀਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਇਆ ਉਸਨੇ ਦੋ ਭਰਾਵਾਂ ਅਰਥਾਤ ਸ਼ਮੌਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹਦੇ ਭਰਾ ਅੰਦਰਿਆਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ, ਕਿਉਂ ਜੋ ਉਹ ਮਾਛੀ ਸਨ, ਅਤੇ ਉਹਨਾਂ ਨੂੰ ਕਿਹਾ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਅਤੇ ਉਹ ਝੱਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ। ਔਰ ਉਤੋਂ ਅੱਗੇ ਵੱਧ ਕੇ ਉਹਨੇ ਹੋਰ ਦੋ ਭਰਾਵਾਂ ਅਰਥਾਤ ਜਬਦੀ ਦੇ ਪੁੱਤਰ ਯਾਕੂਬ ਨੂੰ ਅਤੇ ਉਹਦੇ ਭਾਈ ਯਹੂਨਾ ਨੂੰ ਵੇਖਿਆ, ਜਿਹੜੇ ਆਪਣੇ ਪਿਓ ਦੇ ਨਾਲ ਬੇੜੀ ਉੱਤੇ ਆਪਣਿਆਂ ਜਾਲਾਂ ਨੂੰ ਸੁਧਾਰਦੇ ਸਨ। ਔਰ ਉਹਨਾਂ ਨੂੰ ਸੱਦਿਆ ਤਾਂ ਉਹ ਝੱਟ ਬੇੜੀ ਨੂੰ ਅਤੇ ਆਪਣੇ ਪਿਓ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ। ਯੀਸ਼ੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ। ਪਤਰਸ, ਯਹੂਨਾ ਅਤੇ ਯਾਕੂਬ ਨੂੰ ਕੀ ਹੋਇਆ ਸੀ? ਯੀਸ਼ੂ ਨੇ ਉਹਨਾਂ ਨੂੰ ਸਵਰਗ ਦੇ ਰਾਜ ਦੇ ਮਹਾਨ ਮਿਸ਼ਨ ਵਿੱਚ ਇਹ ਕਹਿੰਦੇ ਹੋਏ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਕਿ ਮੇਰੇ ਪਿੱਛੇ ਚੱਲੇ ਆਓ। ਉਹਨਾਂ ਨੇ ਇਹ ਕਹਿੰਦੇ ਹੋਏ ਮੌਕੇ ਨੂੰ ਨਹੀਂ ਗਵਾਇਆ ਕਿ ਮੈਂ ਬਹੁਤ ਸਾਰੇ ਕੰਮ ਕਰਨ ਵਿੱਚ ਰੁੱਝਿਆ ਹੋਇਆ, ਇਸ ਲਈ ਮੈਂ ਤੁਹਾਡਾ ਪਾਲਨ ਨਹੀਂ ਕਰ ਸਕਦਾ। ਜਦੋਂ ਮੌਕਾ ਆਇਆ ਉਹਨਾਂ ਸਾਰਿਆਂ ਨੇ ਉਸ ਨੂੰ ਫੜ ਲਿਆ। ਜੇ ਰਸੂਲ ਪਤਰਸ ਨੇ ਯੀਸ਼ੂ ਦੀ ਬੇਨਤੀ ਦਾ ਤੁਰੰਤ ਜਵਾਬ ਨਾ ਦਿੱਤਾ ਹੁੰਦਾ ਅਤੇ ਉਹਨਾਂ ਦਾ ਪਾਲਨ ਨਾ ਕੀਤਾ ਹੁੰਦਾ, ਤਦ ਕਿ ਅੱਜ ਪਤਰਸ ਦਾ ਨਾਮ ਬਹੁਤ ਸਾਰੇ ਲੋਕਾਂ ਦੁਆਰਾ ਯਾਦ ਕੀਤਾ ਜਾਂਦਾ। ਕੀ ਲੋਕਾਂ ਨੂੰ ਯਹੂਨਾ ਦਾ ਨਾਮ ਯਾਦ ਹੁੰਦਾ? ਕੀ ਲੋਕਾਂ ਨੂੰ ਯਾਕੂਬ ਦਾ ਨਾਮ ਯਾਦ ਹੁੰਦਾ? ਇਹਨਾਂ ਰਸੂਲਾਂ ਨੇ ਧਰਤੀ ਉੱਤੇ ਰਹਿਣ ਦੇ ਦੌਰਾਨ ਨਾ ਸਿਰਫ ਮੁਕਤੀ ਦੀ ਕਿਰਪਾ ਪ੍ਰਾਪਤ ਕੀਤੀ, ਪਰ ਸੱਚਮੁੱਚ ਆਸ਼ੀਸ਼ਿਤ ਕੀਤੇ ਜਾਣ ਲਈ ਪਰਮੇਸ਼ਵਰ ਦੇ ਕੰਮ ਨੂੰ ਕਰਨ ਦੇ ਸਭ ਤੋਂ ਉੱਤਮ ਮੌਕੇ ਨੂੰ ਫੜੀ ਰੱਖਿਆ। ਕਿ ਪਰਮੇਸ਼ਵਰ ਨੇ ਇਸ ਤਰ੍ਹਾਂ ਦੀ ਕਿਰਪਾ ਨੂੰ ਸਿਰਫ ਪਤਰਸ, ਯਹੂਨਾ ਅਤੇ ਯਾਕੂਬ ਨੂੰ ਹੀ ਪ੍ਰਦਾਨ ਕੀਤਾ ਅਤੇ ਸਾਨੂੰ ਇਸ ਨੂੰ ਪ੍ਰਦਾਨ ਨਹੀਂ ਕੀਤਾ? ਪਰਮੇਸ਼ਵਰ ਨੇ ਸਿਯੋਨ ਦੀਆਂ ਸੰਤਾਨਾਂ ਨੂੰ ਪਹਿਲਾਂ ਤੋਂ ਹੀ ਮੌਕਾ ਪ੍ਰਦਾਨ ਕੀਤਾ ਹੈ। ਆਓ ਮੱਤੀ ਅਧਿਆਇ 28 ਉੱਤੇ ਜਾਈਏ। ਵਚਨ 18। ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦਾ ਪਾਲਣ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਜਦੋਂ ਪਤਰਸ ਨੂੰ ਬੁਲਾਇਆ ਗਿਆ, ਪਰਮੇਸ਼ਵਰ ਨੇ ਆਖਿਆ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਜਦੋਂ ਅੰਦਰਿਆਸ ਨੂੰ ਬੁਲਾਇਆ ਗਿਆ, ਪਰਮੇਸ਼ਵਰ ਨੇ ਕਿਹਾ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਜਦੋਂ ਯਹੂਨਾ ਨੂੰ ਬੁਲਾਇਆ ਗਿਆ, ਪਰਮੇਸ਼ਵਰ ਨੇ ਕਿਹਾ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਜਦੋਂ ਯਾਕੂਬ ਨੂੰ ਬੁਲਾਇਆ ਗਿਆ, ਪਰਮੇਸ਼ਵਰ ਨੇ ਕਿਹਾ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਜਦੋਂ ਅੱਜ ਸਾਨੂੰ ਬੁਲਾਇਆ ਗਿਆ ਹੈ, ਪਰਮੇਸ਼ਵਰ ਨੇ ਕਿਹਾ, ਮੇਰੇ ਮਗਰ ਆਓ, ਮੈਂ ਤੁਹਾਨੂੰ ਧਰਤੀ ਦੇ ਸਿਰੇ ਤੋਂ ਸਾਮਰੀਆ ਤੱਕ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਚੇਲੇ ਬਣਾਉਣ ਦੀ ਸਾਮਰਥ ਦਿਆਂਗਾ। ਉਹਨਾਂ ਨੇ ਸਾਨੂੰ ਮਿਸ਼ਨ ਪੂਰਾ ਕਰਨ ਦੀ ਯੋਗਤਾ ਦੇਣ ਦਾ ਵਾਅਦਾ ਕੀਤਾ, ਕਿਉਂਕਿ ਉਹਨਾਂ ਕੋਲ ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਹੈ। ਅੱਜ ਅਸੀਂ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਾਂ, ਕੋਈ ਰਸੂਲ ਪਤਰਸ ਅਤੇ ਪੌਲੁਸ ਤੋਂ ਈਰਖਾ ਕਰ ਸਕਦਾ ਹੈ। ਜੇਕਰ ਮੈਂ ਯੀਸ਼ੂ ਦੇ ਦਿਨਾਂ ਵਿੱਚ ਰਹਿ ਰਿਹਾ ਹੁੰਦਾ
ਅਤੇ ਉਹਨਾਂ ਦਾ ਚੇਲਾ ਹੁੰਦਾ, ਫਿਰ ਮੈਂ ਕਿੰਨਾ ਆਸ਼ੀਸ਼ਿਤ ਹੁੰਦਾ। ਜੇਕਰ ਮੈਂ ਯੀਸ਼ੂ ਤੋਂ ਸਿੱਧਾ ਵਚਨਾਂ ਨੂੰ ਸੁਣ ਸਕਦਾ ਜਦੋਂ ਉਹ ਸਿਖਾਉਂਦੇ ਸੀ, ਤਦ ਮੈਂ ਕਿੰਨਾ ਆਸ਼ੀਸ਼ਿਤ ਹੁੰਦਾ। ਪਰ ਜੇ ਯੀਸ਼ੂ ਇਸ ਯੁੱਗ ਵਿੱਚ ਆਉਣ ਅਤੇ ਪ੍ਰਚਾਰ ਕਰਨ, ਜੇਕਰ ਲੋਕ ਉਹਨਾਂ ਦੇ ਬਚਨਾਂ ਨੂੰ ਮਹਿਸੂਸ ਨਹੀਂ ਕਰਦੇ, ਫਿਰ ਉਹ ਗੰਭੀਰ ਗਲਤੀ ਕਰਨਗੇ। ਭਾਵੇਂ ਉਹ ਉਹਨਾਂ ਦੇ ਬਚਨ ਸੁਣਦੇ ਹਨ, ਉਹ ਇਸ ਮੌਕੇ ਨੂੰ ਗਵਾ ਦੇਣਗੇ, ਜਿੱਦਾਂ ਕਿ ਯਹੂਦੀ, ਫਰੀਸੀ ਅਤੇ ਸ਼ਾਸਤਰੀਆਂ ਨੇ 2000 ਸਾਲ ਪਹਿਲਾਂ ਕੀਤਾ ਸੀ। ਕੀ ਯੀਸ਼ੂ ਹੁਣ ਸਾਨੂੰ ਉਸੇ ਆਵਾਜ਼ ਨਾਲ ਨਹੀਂ ਬੁਲਾ ਰਹੇ ਜਿਵੇਂ ਉਹ 2000 ਸਾਲ ਪਹਿਲਾਂ ਪਤਰਸ ਨੂੰ ਬੁਲਾ ਰਹੇ ਸੀ? ਫਿਰ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਆਮੀਨ ਕਹਿ ਕੇ ਜਵਾਬ ਦੇਣ ਲਈ ਇੱਕ ਮਨ ਹੋਣਾ ਚਾਹੀਦਾ ਹੈ ਅਤੇ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ। ਕੀ ਪਰਮੇਸ਼ਵਰ ਨੇ ਸਾਨੂੰ ਸਵਰਗ ਵਿੱਚੋਂ ਮਹਾਨ ਆਸ਼ੀਸ਼ ਪ੍ਰਾਪਤ ਕਰਨ ਲਈ ਮੌਕੇ ਦੀ ਖਿੜਕੀ ਨਹੀਂ ਖੋਲੀ ਹੈ? ਲੂਕਾ ਅਧਿਆਇ 19 ਅਤੇ ਮੱਤੀ ਅਧਿਆਇ 25 ਵਿੱਚ ਲਿਖਿਆ ਗਿਆ ਹੈ, ਹੇ ਮਾਲਕ, ਮੈਂ 10 ਤੋੜੇ ਹੋਰ ਕਮਾਏ ਹਨ, ਅਤੇ ਹੇ ਪ੍ਰਭੂ, ਮੈਂ 10 ਹੋਰ ਮੋਹਰਾਂ ਕਮਾਈਆਂ ਹਨ। ਇਹ ਆਸ਼ੀਸ਼ਾਂ ਅੱਜ ਸਿਯੋਨ ਵਿੱਚ ਦਿੱਤੀਆਂ ਜਾ ਰਹੀਆਂ ਹਨ। ਸਿਯੋਨ ਦੇ ਸਾਰੇ ਬੱਚਿਆਂ ਲਈ ਪਰਮੇਸ਼ਵਰ ਹੁਣ ਇਹਨਾਂ ਆਸ਼ੀਸ਼ਾਂ ਨੂੰ ਸੰਭਾਲਣ ਦਾ ਮੌਕਾ ਪ੍ਰਦਾਨ ਕਰ ਰਹੇ ਹਨ। ਪਰ ਇਹਨਾਂ ਆਸ਼ੀਸ਼ਾਂ ਦਾ ਸਮਾਂ ਅਤੇ ਮੌਕਾ ਹਮੇਸ਼ਾ ਲਈ ਨਹੀਂ ਰਹੇਗਾ। ਇੱਕ ਦਿਨ ਸਵਰਗ ਦਾ ਬੂਹਾ ਬੰਦ ਕਰ ਦਿੱਤਾ ਜਾਵੇਗਾ। ਉਦੋਂ ਤੱਕ ਉਹ ਕਿਸੇ ਦੇ ਵੀ ਵੜਨ ਲਈ ਖੁੱਲਿਆ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿਉਂਕਿ ਇਹ ਕੱਲ ਖੁੱਲਾ ਸੀ, ਇਸ ਲਈ ਇਹ ਅੱਜ ਵੀ ਖੁੱਲਾ ਰਹੇਗਾ। 1 ਸਾਲ ਬਾਅਦ ਵੀ ਇਹ ਅਜੇ ਵੀ ਖੁੱਲਾ ਰਹੇਗਾ। ਇਸ ਤਰ੍ਹਾਂ ਸੋਚਣਾ ਗਲਤ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਪਰਮੇਸ਼ਵਰ ਅੱਜ ਬੁਲਾ ਰਹੇ ਹਨ, ਫਿਰ ਤੁਹਾਨੂੰ ਇਸ ਮੌਕੇ ਨੂੰ ਉਸੇ ਸਮੇਂ ਫੜਨਾ ਚਾਹੀਦਾ ਹੈ। ਆਸੇ-ਪਾਸੇ ਵੇਖੋ, ਪਰਮੇਸ਼ਵਰ ਨੇ ਸਾਡੇ ਲਈ ਆਸ਼ੀਸ਼ਾਂ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੇ ਮੌਕੇ ਪੈਦਾ ਕੀਤੇ ਹਨ। ਭਰਾਵੋ ਅਤੇ ਭੈਣੋ, ਕੀ ਤੁਹਾਨੂੰ ਅਜਿਹਾ ਨਹੀਂ ਲੱਗਦਾ? ਕਿਸੇ ਵਿਅਕਤੀ ਨੂੰ ਲੰਘਦਿਆਂ ਵੇਖ ਕੇ ਤੁਸੀਂ ਸੋਚ ਸਕਦੇ ਹੋ ਕਿ ਉਹ ਵਿਅਕਤੀ ਸੰਦੇਸ਼ ਸੁਣੇਗਾ। ਮੌਕਿਆਂ ਨੂੰ ਆਪਣੇ ਅੱਗੋਂ ਸਿਰਫ ਲੰਘਦੇ ਹੋਏ ਨਾ ਗਵਾਓ। ਉਸ ਵਿਅਕਤੀ ਦੇ ਜ਼ਰੀਏ ਪਰਮੇਸ਼ਵਰ ਆਪਣੀ ਕਿਰਪਾ ਪ੍ਰਾਪਤ ਕਰਨ ਦੇ ਜ਼ਿਆਦਾ ਮੌਕੇ ਗਵਾ ਸਕਦੇ ਹਨ, ਹੈ ਨਾ? ਸਾਡਾ ਪਰਿਵਾਰ ਜੋ ਸਾਡੇ ਨਾਲ ਹੈ, ਸਾਡੇ ਕਰੀਬੀ ਦੋਸਤ, ਸਾਡੇ ਜਾਣੂ, ਸਾਡੇ ਗੁਆਂਢੀ, ਇਹਨਾਂ ਲੋਕਾਂ ਨਾਲ ਸ਼ੁਰੂ ਕਰਦੇ ਹੋਏ ਆਓ ਅਸੀਂ ਸਾਰੇ ਇਸ ਸਵਾਲ ਬਾਰੇ ਸੋਚੀਏ, ਕਿ ਮੈਂ ਅੱਜ ਪਰਮੇਸ਼ਵਰ ਦੇ ਬੁਲਾਵੇ ਨੂੰ ਛੱਡ ਰਿਹਾ ਹਾਂ ਜਾਂ ਕਿ ਮੈਂ ਇਸ ਮੌਕੇ ਨੂੰ ਸੰਭਾਲ ਰਿਹਾ ਹਾਂ? ਆਓ ਅਸੀਂ ਇਸ ਉੱਤੇ ਇੱਕ ਵਾਰ ਫਿਰ ਵਿਚਾਰ ਕਰੀਏ। ਅੱਜ ਮੈਂ ਤੁਹਾਨੂੰ ਮਨੁੱਖਾਂ ਦੇ ਮਛੁਆਰੇ ਬਣਾਵਾਂਗਾ। ਇਸ ਲਈ ਤੁਸੀਂ ਜਾਓ ਅਤੇ ਸਭ ਦੇਸ਼ਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਨਵੇਂ ਨੇਮ ਦੀ ਸਾਰੀ ਸੱਚਾਈ ਨੂੰ ਮੰਨਣਾ ਸਿਖਾਓ। ਉਹ ਲੋਕ ਜੋ ਇਹਨਾਂ ਵਚਨਾਂ ਦਾ ਪਾਲਨ ਕਰਦੇ ਹਨ ਆਸ਼ੀਸ਼ਿਤ ਲੋਕ ਹਨ। ਕੀ ਉਹ ਅਜਿਹੇ ਲੋਕ ਨਹੀਂ ਹਨ ਜਿਨ੍ਹਾਂ ਨੇ ਪਰਮੇਸ਼ਵਰ ਦੇ ਬੁਲਾਵੇ ਤੇ ਆਮੀਨ ਕਹਿੰਦੇ ਹੋਏ ਮੌਕੇ ਨੂੰ ਫੜਿਆ ਹੋਇਆ ਹੈ? ਜਾਣਨਾ ਹੀ ਮਹੱਤਵਪੂਰਨ ਨਹੀਂ ਹੈ। ਜੋ ਮਹੱਤਵਪੂਰਨ ਹੈ ਉਹ ਹੈ ਜੋ ਤੁਸੀਂ ਜਾਣਦੇ ਹੋ ਉਸ ਨੂੰ ਅਮਲ ਵਿੱਚ ਲਿਆਉਣਾ। ਕੀ ਇਹ ਉਹ ਨਹੀਂ ਹੈ ਜਿਸ ਉੱਤੇ ਸਵਰਗੀ ਮਾਤਾ ਜੀ ਹਮੇਸ਼ਾ ਜ਼ੋਰ ਦਿੰਦੇ ਹਨ? ਕੰਮ ਮਹੱਤਵਪੂਰਨ ਹੈ। ਪਤਰਸ, ਯਹੂਨਾ ਅਤੇ ਯਾਕੂਬ ਵਾਂਗ ਆਓ ਅਸੀਂ ਇਹਨਾਂ ਬਚਨਾਂ ਨੂੰ ਅਮਲ ਵਿੱਚ ਲਿਆਈਏ ਅਤੇ ਪਰਮੇਸ਼ਵਰ ਤੋਂ ਜ਼ਿਆਦਾ ਆਸ਼ੀਸ਼ ਅਤੇ ਪਿਆਰ ਨੂੰ ਪ੍ਰਾਪਤ ਕਰੀਏ। ਆਓ ਅਸੀਂ ਰੋਮੀਆਂ ਅਧਿਆਇ 10 ਵਚਨ 16 ਉੱਤੇ ਨਜ਼ਰ ਪਾਈਏ। ਪਰ ਸਭਨਾਂ ਨੇ ਇਹ ਖੁਸ਼ਖਬਰੀ ਨੂੰ ਨਹੀਂ ਮੰਨਿਆ, ਕਿਉਂ ਜੋ ਯਸ਼ਾਇਆ ਕਹਿੰਦਾ ਹੈ, ਭਾਈ ਹੈ ਪ੍ਰਭੂ, ਸਾਡੇ ਸੁਨੇਹੇ ਦੀ ਕਿਨ ਪ੍ਰਤੀਤ ਕੀਤੀ? ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ। ਪਰ ਮੈਂ ਆਖਦਾ ਹਾਂ, ਭਲਾ ਉਹਨਾਂ ਨੇ ਨਾ ਸੁਣਿਆ? ਬੇਸ਼ੱਕ ਉਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ ਅਤੇ ਸੰਸਾਰ ਦੀਆਂ ਹੱਦਾਂ ਤੀਕਰ ਉਹਨਾਂ ਦੇ ਸ਼ਬਦ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਾਡੀ ਖੁਸ਼ਖਬਰੀ ਪਰਮੇਸ਼ਵਰ ਦੁਆਰਾ ਬਣਾਈ ਗਈ ਸੀ। ਇਹ ਸਭ ਹੋਣ ਲਈ ਇਸ ਨੂੰ ਪਰਮੇਸ਼ਵਰ ਦੁਆਰਾ ਸਥਾਪਿਤ ਕੀਤਾ ਗਿਆ ਸੀ। ਇਹ ਖੁਸ਼ਖਬਰੀ ਜਿਸ ਨੂੰ ਪਰਮੇਸ਼ਵਰ ਨੇ ਆਪਣੀ ਯੋਜਨਾ ਨੂੰ ਪੂਰਾ ਕਰਨ ਲਈ ਬਣਾਇਆ ਹੈ, ਨਵਾਂ ਨੇਮ ਹੈ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ, ਹੈ ਨਾ? ਉਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ
ਅਤੇ ਸੰਸਾਰ ਦੀਆਂ ਹੱਦਾਂ ਤੀਕਰ ਉਹਨਾਂ ਦੇ ਸ਼ਬਦ। ਵਚਨ 19, ਪਰ ਮੈਂ ਆਖਦਾ ਹਾਂ ਕਿ ਇਜ਼ਰਾਈਲ ਵਾਕਫ ਨਾ ਹੋਇਆ। ਪਹਿਲਾ ਮੂਸਾ ਆਖਦਾ ਹੈ, ਮੈਂ ਉਹਨਾਂ ਤੋਂ ਜੋ ਕੌਮ ਨਹੀਂ ਹੈ ਤੁਹਾਨੂੰ ਅਣਖੀ ਬਣਾਵਾਂਗਾ, ਮੈਂ ਮੂਰਖ ਕੌਮ ਤੋਂ ਤੁਹਾਨੂੰ ਗੁੱਸਾ ਚੜਾਵਾਂਗਾ। ਫਿਰ ਯਸ਼ਾਇਆ ਵੱਡੀ ਦਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਨੇ ਮੈਨੂੰ ਨਾ ਪਾਲਿਆ ਉਹਨਾਂ ਨੂੰ ਮੈਂ ਲੱਭ ਪਿਆ, ਅਤੇ ਜਿਨ੍ਹਾਂ ਮੈਨੂੰ ਨਾ ਪੁੱਛਿਆ ਮੈਂ ਉਹਨਾਂ ਉੱਤੇ ਪ੍ਰਗਟ ਹੋਇਆ। ਪਰ ਇਜ਼ਰਾਈਲ ਦੇ ਵਿਖੇ ਉਹ ਆਖਦਾ ਹੈ, ਮੈਂ ਅਣਆਗਿਆਕਾਰ ਤੇ ਹੁਜਤੀ ਪਰਜਾ ਵੱਲ ਦਿਨ ਪਰ ਆਪਣੇ ਹੱਥ ਪਸਾਰੇ ਹੋਏ ਸਾਂ। ਇੱਥੇ ਉਹ ਸ਼ਬਦ ਜੋ ਸਾਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਉਹ ਇਹ ਹਨ, ਖੁਸ਼ਖਬਰੀ ਦੀ ਖਬਰ ਅਤੇ ਆਵਾਜ਼ ਜੋ ਅਸੀਂ ਪਹੁੰਚਾ ਰਹੇ ਹਾਂ ਕਿੱਥੋਂ ਤੱਕ ਫੈਲੇਗੀ? ਦੁਨੀਆ ਦੇ ਸਿਰੇ ਤੱਕ ਫੈਲ ਜਾਵੇਗੀ। ਉਹਨਾਂ ਦੇ ਬਚਨ ਦੇ ਨਾਲ ਕੀ ਹੋਵੇਗਾ? ਉਹ ਸਾਰੀ ਧਰਤੀ ਉੱਤੇ ਪਹੁੰਚਣਗੇ। ਅਸੀਂ ਲੋਕਾਂ ਨੂੰ ਵਿਸ਼ਵਾਸ ਕਰਾਉਣ ਲਈ ਕਿਵੇਂ ਅਗਵਾਈ ਕਰ ਸਕਦੇ ਹਾਂ? ਇਹ ਕਿਹਾ ਗਿਆ ਹੈ ਕਿ ਵਿਸ਼ਵਾਸ ਸੁਣਨ ਨਾਲ ਆਉਂਦਾ ਹੈ ਅਤੇ ਸੁਣਨਾ ਮਸੀਹ ਦੇ ਬਚਨ ਨਾਲ ਆਉਂਦਾ ਹੈ। ਮਸੀਹ ਦਾ ਬਚਨ ਸਾਡੇ ਵਿਸ਼ਵਾਸ ਅਤੇ ਉਸ ਖੁਸ਼ਖਬਰੀ ਦੀ ਨੀਂਹ ਹੋਣਾ ਚਾਹੀਦਾ ਹੈ ਜੋ ਅਸੀਂ ਉਹਨਾਂ ਨੂੰ ਦੱਸਦੇ ਹਾਂ। ਪਰਮੇਸ਼ਵਰ ਨੇ ਸਾਨੂੰ ਸਾਰਿਆਂ ਨੂੰ ਇਸ ਮਿਸ਼ਨ ਨੂੰ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਹੈ। ਕੀ ਪਰਮੇਸ਼ਵਰ ਨੇ ਉਹਨਾਂ ਲੋਕਾਂ ਦੀ ਤੁਲਨਾ ਜਿਨ੍ਹਾਂ ਨੇ ਇਸ ਮਿਸ਼ਨ ਨੂੰ ਪੂਰਾ ਕਰਨ ਦਾ ਮੌਕਾ ਪ੍ਰਾਪਤ ਕੀਤਾ ਉਹਨਾਂ ਨਾਲ ਨਹੀਂ ਕੀਤੀ ਹੈ, ਜਿਨ੍ਹਾਂ ਨੇ ਮੱਤੀ ਅਧਿਆਇ 25 ਵਿੱਚ 5 ਤੋੜੇ ਪ੍ਰਾਪਤ ਕੀਤੇ ਸੀ? ਇੱਕੋ ਜਿਹੀ ਖਬਰ ਲੂਕਾ ਦੀ ਅੰਜੀਲ ਵਿੱਚ ਵੀ ਪਾਈ ਜਾਂਦੀ ਹੈ। ਉਹਨਾਂ ਦੀ ਤੁਲਨਾ ਉਹਨਾਂ ਲੋਕਾਂ ਨਾਲ ਕੀਤੀ ਗਈ ਹੈ ਜਿਨ੍ਹਾਂ ਨੇ 10 ਤੋੜੇ ਜਾਂ 5 ਮੋਹਰਾਂ ਪ੍ਰਾਪਤ ਕੀਤੀਆਂ ਹਨ। ਸਾਰੇ ਲੋਕੋ, ਆਓ ਅਸੀਂ ਸ਼ਾਨਦਾਰ ਸਵਰਗੀ ਰਾਜ ਵਿੱਚ ਦਾਖਲ ਹੋਣ ਦੇ ਮੌਕੇ ਨੂੰ ਕਦੇ ਨਾ ਗਵਾਈਏ। ਜਿਵੇਂ ਕਿ ਯਹੋਸ਼ੂਆ ਦੇ ਦਿਨਾਂ ਵਿੱਚ ਇਜ਼ਰਾਈਲੀ ਇੱਕ ਦਿਲ ਅਤੇ ਦਿਮਾਗ ਹੋ ਕੇ ਇਕੱਠੇ ਯਰੀਹੋ ਵੱਲ ਚੀਕੇ ਸੀ, ਸਾਨੂੰ ਸਿਯੋਨ ਦੀਆਂ ਸੰਤਾਨਾਂ ਨੂੰ ਇਸ ਯੁੱਗ ਵਿੱਚ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ। ਪਰਮੇਸ਼ਵਰ ਸਾਡੇ ਤੋਂ ਜੋ ਅਸਲ ਵਿੱਚ ਚਾਹੁੰਦੇ ਹਨ ਉਹ ਹੈ ਜਾਗਦੇ ਰਹਿਣਾ। ਜੇਕਰ ਪਰਮੇਸ਼ਵਰ ਖੁਦ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਨੂੰ ਫੈਲਾਉਣ, ਉਹਨਾਂ ਨੂੰ ਇਸ ਨੂੰ ਪੂਰਾ ਕਰਨ ਲਈ ਇੱਕ ਪੂਰੇ ਦਿਨ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਸਿਰਫ ਇੱਕ ਦਿਨ, 1 ਘੰਟਾ ਜਾਂ 1 ਮਿੰਟ ਉਹਨਾਂ ਕੋਲ ਇਸ ਨੂੰ ਪੂਰਾ ਕਰਨ ਲਈ ਕਾਫੀ ਸਮਾਂ ਹੋਵੇਗਾ। ਭਾਵੇਂ ਪਰਮੇਸ਼ਵਰ ਖੁਦ ਇਹ ਸਭ ਕੁਝ ਕਰ ਸਕਦੇ ਹਨ, ਫਿਰ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ, ਇਸ ਲਈ ਸਾਨੂੰ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ। ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਤੋਂ ਬਪਤਿਸਮਾ ਦੇਣਾ ਇਸ ਯੁੱਗ ਦੇ ਲੋਕਾਂ ਦਾ ਕੰਮ ਹੈ। ਇਸ ਲਈ ਜਦੋਂ ਪਰਮੇਸ਼ਵਰ ਨੇ ਇਸ ਮਿਸ਼ਨ ਲਈ ਪਤਰਸ, ਆਂਦਰੀਆਸ, ਯਹੂਨਾ ਅਤੇ ਯਾਕੂਬ ਨੂੰ ਚੁਣਿਆ, ਯੀਸ਼ੂ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਖੁਸ਼ਖਬਰੀ ਦੇ ਮਿਸ਼ਨ ਨੂੰ ਪੂਰਾ ਕਰੋਗੇ। ਉਹਨਾਂ ਨੇ ਬਿਨਾਂ ਝਿਜਕ ਤੁਰੰਤ ਉਹਨਾਂ ਦਾ ਪਾਲਨ ਕੀਤਾ। ਮੈਂ ਤੁਹਾਡਾ ਪਾਲਨ ਕਰਾਂਗਾ। ਉਹਨਾਂ ਨੇ ਆਪਣੇ ਕਾਰਜਾਂ ਰਾਹੀਂ ਆਪਣਾ ਵਿਸ਼ਵਾਸ ਵਿਖਾਇਆ, ਜਿਵੇਂ ਕਿ ਮੱਤੀ ਦੇ 28ਵੇਂ ਅਧਿਆਇ ਵਿੱਚ ਲਿਖਿਆ ਗਿਆ ਹੈ। ਸਾਨੂੰ ਸਾਮਰੀਆ ਅਤੇ ਧਰਤੀ ਦੇ ਬੰਨੇ ਤੀਕਰ ਇਸ ਖੁਸ਼ਖਬਰੀ ਨੂੰ ਪਹੁੰਚਾਉਣ ਲਈ ਅਤੇ ਉਹਨਾਂ ਨੂੰ ਸਾਰੇ ਹੁਕਮ ਜੋ ਉਹਨਾਂ ਨੇ ਸਾਨੂੰ ਦਿੱਤੇ ਹਨ ਸਿਖਾਉਣ ਲਈ ਕਿਹਾ ਗਿਆ ਹੈ। ਇਹ ਉਹ ਵਚਨ ਹੈ ਜੋ ਸਾਨੂੰ ਅੱਜ ਦਿੱਤਾ ਗਿਆ ਹੈ। ਰਸੂਲਾਂ ਨੇ ਸਖਤ ਮਿਹਨਤ ਨਾਲ ਪ੍ਰਚਾਰ ਕੀਤਾ। ਪੌਲੁਸ ਰਸੂਲ ਨੇ ਵੀ ਉਸ ਯੁੱਗ ਵਿੱਚ ਮੁਕਤੀਦਾਤੇ ਬਾਰੇ ਗਵਾਹੀ ਦੇਣ ਦੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਸ਼ਾਨਦਾਰ ਕੋਸ਼ਿਸ਼ ਕੀਤੀ ਸੀ। ਅੱਜ ਇਸ ਯੁੱਗ ਵਿੱਚ ਸਾਨੂੰ ਦਿੱਤੇ ਗਏ ਮੌਕਿਆਂ ਨੂੰ ਨਹੀਂ ਗਵਾਉਣਾ ਚਾਹੀਦਾ। ਜੇ ਅਸੀਂ ਇਸ ਨੂੰ ਗਵਾ ਦਿੰਦੇ ਹਾਂ ਤਾਂ ਪਹਿਲੇ ਯੁੱਗ ਵਿੱਚ ਸੰਤਾਂ ਦੁਆਰਾ ਕੀਤੇ ਸਾਰੇ ਯਤਨ ਵਿਅਰਥ ਹੋਣਗੇ। ਇਸ ਲਈ ਸਾਨੂੰ ਆਪਣਾ ਸਭ ਤੋਂ ਉੱਤਮ ਕਰਨਾ ਚਾਹੀਦਾ ਹੈ। 400 ਮੀਟਰ ਰੀਲੇ ਦੌੜਾਕਾਂ ਵਿੱਚੋਂ ਕਿ ਇਹ ਅੰਤਮ ਦੌੜਾਕ ਨਹੀਂ ਹੁੰਦਾ ਜੋ ਇਹ ਨਿਰਧਾਰਿਤ ਕਰਦਾ ਹੈ ਕਿ ਉਹ ਕਿੱਥੇ ਖਤਮ ਕਰਦੇ ਹਨ। ਭਾਵੇਂ ਸਾਰੇ ਉਪਜੇਤੂ ਪਹਿਲੇ ਸਥਾਨ ਤੇ ਦੌੜਦੇ ਹਨ, ਫਿਰ ਵੀ ਜੇਕਰ ਆਖਰੀ ਦੌੜਾਕ ਪਿੱਛੇ ਰਹਿ ਜਾਂਦਾ ਹੈ ਤਦ ਪੂਰੀ ਟੀਮ ਅੰਤਮ ਸਥਾਨ ਤੇ ਆ ਜਾਂਦੀ ਹੈ। ਪਰਮੇਸ਼ਵਰ ਨੇ ਇਸ ਖੁਸ਼ਖਬਰੀ ਦੀ ਸੰਰਚਨਾ ਕੀਤੀ ਤਾਂ ਜੋ ਪਹਿਲੇ ਚਰਦੇ ਸੰਤਾਂ ਜਰੀਏ ਜੋ ਬਣਾਇਆ ਗਿਆ ਸੀ ਉਹ ਸਿਰਫ ਸਾਡੇ ਦੁਆਰਾ ਪੂਰਾ ਹੋ ਸਕੇ। ਇਸ ਲਈ ਸਾਨੂੰ ਜੋ ਇਸ ਯੁੱਗ ਵਿੱਚ ਜੀ ਰਹੇ ਹਾਂ ਪੱਕਾ ਜੋਸ਼ੀਲੇ ਨਬੀ ਬਣਨਾ ਚਾਹੀਦਾ ਹੈ। ਸਾਨੂੰ ਦਿੱਤੇ ਗਏ ਮੌਕੇ ਕਦੀ ਨਹੀਂ ਗਵਾਉਣੇ ਚਾਹੀਦੇ। ਸਵਰਗੀ ਪਿਤਾ ਜੀ ਖੁਦ ਇਸ ਧਰਤੀ ਤੇ ਆਏ ਅਤੇ ਸਵਰਗੀ ਮਾਤਾ ਜੀ ਖੁਦ ਸਾਡੇ ਨਾਲ ਹਨ ਤਾਂ ਜੋ ਅਸੀਂ ਉਹਨਾਂ ਦੀ ਕਿਰਪਾ, ਮੁਕਤੀ ਅਤੇ ਆਸ਼ੀਸ਼ਾਂ ਨੂੰ ਪ੍ਰਾਪਤ ਕਰਨ ਦੇ ਮੌਕੇ ਨੂੰ ਹਾਸਲ ਕਰ ਸਕੀਏ। ਸਾਨੂੰ ਕਦੇ ਨਹੀਂ ਸੋਚਣਾ ਚਾਹੀਦਾ ਇਹ ਮੌਕਾ ਸਿਰਫ ਇੱਕ ਲਿਖਤ ਸ਼ਬਦ ਹੈ ਅਤੇ ਇਸ ਦਾ ਮੇਰੀ ਰੋਜ਼ਾਨਾ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਵੇਂ ਕਿ ਪਰਮੇਸ਼ਵਰ ਨੇ ਪਤਰਸ ਨੂੰ ਬੁਲਾਇਆ, ਪਰਮੇਸ਼ਵਰ ਨੇ ਸਾਨੂੰ ਵੀ ਬੁਲਾਇਆ ਹੈ। ਇਸ ਲਈ ਜਦੋਂ ਪਰਮੇਸ਼ਵਰ ਕਹਿੰਦੇ ਹਨ ਮੈਂ ਤੁਹਾਨੂੰ ਮਨੁੱਖਾਂ ਨੂੰ ਫੜਨ ਵਾਲੇ ਬਣਾਵਾਂਗਾ, ਆਓ ਅਸੀਂ ਆਮੀਨ ਕਹਿੰਦੇ ਹੋਏ ਉਹਨਾਂ ਦਾ ਪਾਲਨ ਕਰੀਏ।
ਆਓ ਅਸੀਂ ਦਲੇਰੀ ਨਾਲ ਪਿਤਾ ਅਤੇ ਮਾਤਾ ਦੀ ਵਡਿਆਈ ਕਰੀਏ, ਸਾਮਰੀਆ ਤੇ ਧਰਤੀ ਦੇ ਬੰਨੇ ਤੀਕਰ ਉਹਨਾਂ ਦੀ ਗਵਾਹੀ ਦਈਏ। ਇੱਕ ਸੂਬੇਦਾਰ ਅਤੇ ਇਸਤਰੀ ਵਾਂਗ ਜਿਸ ਨੂੰ ਲਹੂ ਵਗਣ ਦੀ ਬਿਮਾਰੀ ਸੀ, ਆਓ ਅਸੀਂ ਪਰਮੇਸ਼ਵਰ ਦੀ ਸੁੰਦਰ ਸੰਤਾਨ ਦੇ ਰੂਪ ਵਿੱਚ ਸਾਨੂੰ ਮੁਹੱਈਆ ਕਰਾਏ ਗਏ ਇਹਨਾਂ ਮੌਕਿਆਂ ਦਾ ਲਾਭ ਚੁੱਕੀਏ। ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।